ਸੋ ਇਹ ਕੇਸ ਕਿਹੜਾ ਸੀ, ਰੋ ਵਰਸਸ ਵੇਡ ਵਾਲਾ? ਸੋ ਜੀ ਜਿਹੜਾ ਰੋ ਵਰਸਸ ਵੇਡ ਸੀਗਾ, ਇਹ ਕਾਫੀ ਇਤਿਹਾਸਿਕ ਯੂਐਸ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ। 1973 ਦੇ ਵਿੱਚ ਇਹਦਾ ਫੈਸਲਾ ਉਹਨਾਂ ਨੇ ਸੁਣਾਇਆ ਸੀਗਾ। ਤੇ ਇਹ ਕੇਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜਿਹੜੀ ਯੂਨਾਈਟਿਡ, ਇਹ ਹੁਣ ਆਪਾਂ ਅੱਜ ਵਾਲਾ ਕੇਸ ਬਾਅਦ ਚ ਡਿਸਕਸ ਕਰਦੇ ਹਾਂ, ਪਹਿਲਾਂ ਆਪਾਂ ਬੈਕਗਰਾਉਂਡ ਦੱਸ ਦਈਏ। ਜਿਹੜੇ ਨਵੇਂ ਆਏ ਆ ਅਮਰੀਕਾ ਦੇ ਵਿੱਚ ਜਾਂ ਜਿਹਨਾਂ ਨੂੰ ਨਹੀਂ ਪਤਾ ਹੈ ਨਾ, ਹਰੇਕ ਬੰਦੇ ਨੂੰ ਹਰੇਕ ਚੀਜ਼ ਨਹੀਂ ਪਤਾ ਹੁੰਦੀ। ਸੋ ਇੰਟਰਸਟਿੰਗ ਆ ਕਾਫੀ। ਇੰਟਰਸਟਿੰਗ ਇਸ ਲਈ ਹੈ ਕਿ ਲੋਕੀ ਪਹਿਲਾਂ ਮੇਨ ਸਵਾਲ ਇਹ ਪੁੱਛਦੇ ਕਿ ਇਮੀਗ੍ਰੇਸ਼ਨ ਦੇ ਨਾਲ ਕਿੱਦਾਂ ਟਾਈਡ ਅਪ ਹੁੰਦਾ। ਜੀ ਇਮੀਗ੍ਰੇਸ਼ਨ ਵਾਲੇ ਸ਼ੋਅ ਦੇ ਵਿੱਚ ਤੁਸੀਂ ਅਬੋਰਸ਼ਨ ਵਾਲਾ ਜਿਹੜਾ ਕੇਸ ਆ ਉਹਦੀ ਡਿਸਕਸ਼ਨ ਕਿਉਂ ਕਰ ਰਹੇ ਆ? ਜੀ ਸੋ ਉਹਦੀ ਡਿਸਕਸ਼ਨ ਇਸ ਲਈ ਕਰ ਰਹੇ ਹਾਂ ਕਿਉਂਕਿ ਜਿਹੜਾ ਗ੍ਰੈਗ ਅਬੋਟ ਆ, ਗਵਰਨਰ ਆ ਟੈਕਸਸ ਦਾ, ਜੀ ਉਹ ਕਾਫੀ ਦੇਰ ਤੋਂ ਤਾਕ ਲਾ ਕੇ ਬੈਠਾ ਕਿ ਜੇ ਰੋ ਵਰਸਸ ਵੇਡ ਰਿਵਰਸ ਹੋ ਜਾਂਦਾ, ਕਹਿਣ ਦਾ ਮਤਲਬ ਇਹ ਹੈ ਕਿ ਜੇ ਪੁਰਾਣੇ ਸੈਟਲਡ ਕੇਸਿਸ ਕੰਜ਼ਰਵੇਟਿਵ ਸੁਪਰੀਮ ਕੋਰਟ ਰਿਵਰਸ ਕਰ ਦਿੰਦਾ ਤਾਂ ਉਹਨੂੰ ਇਹ ਲੱਗਦਾ ਕਿ ਇੱਕ ਦਰਵਾਜ਼ਾ ਖੁੱਲ੍ਹ ਜਾਂਦਾ ਕਿ ਹੋਰ ਵੀ ਜਿਹੜੇ ਕਾਨੂੰਨ ਆ ਪਹਿਲਾਂ ਇਮੀਗ੍ਰੈਂਟਸ ਦੇ ਫੇਵਰ 'ਚ ਜਿਹੜੇ ਪਾਸ ਹੋਏ ਆ, ਉਹ ਸਾਰੇ ਜਿਹੜੇ ਹੈਗੇ ਆ ਚੈਲੰਜ ਕੀਤੇ ਜਾ ਸਕਦੇ ਆ। ਕਿਉਂਕਿ ਤੁਸੀਂ ਦੇਖੋ ਕਿ ਰੋ ਵਰਸਸ ਵੇਡ ਜਿਹੜਾ ਸੀਗਾ, ਜੇ ਇੰਨਾ ਇੰਪੋਰਟੈਂਟ ਮੁੱਦਾ ਕਿ ਵੂਮਨ ਦੇ ਨਾਲ ਰਿਲੇਟਡ ਆ, ਅੱਧੀ ਜਿਹੜੀ ਪਾਪੂਲੇਸ਼ਨ ਆ 50% ਪਾਪੂਲੇਸ਼ਨ ਆ, ਉਹਨੂੰ ਜੇ ਸੁਪਰੀਮ ਕੋਰਟ ਇਗਨੋਰ ਕਰਕੇ ਇਦਾਂ ਦਾ ਡਿਸੀਜਨ ਦੇ ਸਕਦਾ, ਤਾਂ ਇਹਨਾਂ ਨੂੰ ਇਹ ਲੱਗਦਾ ਕਿ ਇਮੀਗ੍ਰੇਸ਼ਨ ਦੇ ਜਿਹੜੇ ਡਿਸੀਜਨ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਸੀਗੇ, ਉਹਨਾਂ ਨੂੰ ਹੁਣ ਚੇਂਜ ਕਰਨਾ ਕੋਈ ਵੱਡੀ ਗੱਲ ਨਹੀਂ। ਸੁਪਰੀਮ ਕੋਰਟ ਨੇ ਇਹ ਡਿਸੀਜਨ ਦੇ ਨਾਲ ਦਰਵਾਜ਼ਾ ਖੋਲ੍ਹਤਾ ਕਿ ਆਪਾਂ ਹੋਰ ਵੀ ਜਿਹੜੇ ਚੈਲੰਜਸ ਆ ਉਹਨੂੰ ਸੁਪਰੀਮ ਕੋਰਟ ਮੂਹਰੇ ਲੈ ਕੇ ਜਾ ਸਕਦੇ ਆ। ਤੇ ਬੇਸਿਕਲੀ ਜਿਹੜਾ ਇਹ ਟਾਰਗੇਟ ਕਰਨਾ ਚਾਹੁੰਦੇ, ਉਹ ਇਹ ਕਰਨਾ ਚਾਹੁੰਦੇ ਆ ਕਿ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ, ਸਕੂਲਾਂ ਦੇ ਕੋਲ ਹੱਕ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਹ ਐਜੂਕੇਸ਼ਨ ਰਿਫਿਊਜ਼ ਕਰ ਸਕਣ। ਜੇ ਉਹਨਾਂ ਦੇ ਫਿਰ ਬੱਚੇ ਨਹੀਂ ਪੜ੍ਹ ਪਾਊਗੇ ਤਾਂ ਯੂਐਸ ਦੇ ਵਿੱਚ ਇਮੀਗ੍ਰੈਂਟ ਆਉਣਾ ਨਹੀਂ ਚਾਹੂਗੇ। ਸੋ ਇਹ ਜਿਹੜੀ ਇਹਦੀ ਬੈਕਗਰਾਉਂਡ ਆ, ਤਾਂ ਹੀ ਆਪਾਂ ਇਹ ਡਿਸਕਸ ਕਰ ਰਹੇ ਹਾਂ। ਤੇ ਇੱਕ ਹੋਰ ਵੀ ਰੀਜ਼ਨ ਆ ਡਿਸਕਸ ਕਰ ਰਹੇ ਹਾਂ। ਸੋ ਠੀਕ ਹੈ, ਇਮੀਗ੍ਰੇਸ਼ਨ ਦਾ ਸ਼ੋਅ ਆ, ਪਰ ਕਾਫੀ ਇਤਿਹਾਸਿਕ ਫੈਸਲਾ ਵਾ ਇਹਦਾ। 40-50 ਸਾਲ ਤੱਕ ਜਿਹੜੇ ਅੱਗੇ ਇਫੈਕਟ ਇਹ ਰਹੂਗੇ। ਤੇ ਸਾਡੀ ਆਡੀਅנס ਓਬਵੀਅਸਲੀ 50% ਆਡੀਅנס ਵੂਮਨ ਵੀ ਆ ਜਿਹੜੇ ਸਾਡਾ ਸ਼ੋਅ ਸੁਣਦੇ ਆ। ਜੀ ਸੋ ਇਹ ਉਹਨਾਂ ਨਾਲ ਵੀ ਸੰਬੰਧ ਰੱਖਦਾ। ਜੇ ਉਹਨਾਂ ਨਾਲ ਡਾਇਰੈਕਟਲੀ ਨਹੀਂ ਰੱਖਦਾ ਤਾਂ ਜਿਹੜੀਆਂ ਆਉਣ ਵਾਲੀ ਅੱਗੇ ਜਨਰੇਸ਼ਨ, ਉਹਨਾਂ ਨਾਲ ਜ਼ਰੂਰ ਇਹ ਸੰਬੰਧ ਰੱਖਦਾ। ਸੋ ਰੋ ਵਰਸਸ ਵੇਡ ਦੇ ਵਿੱਚ ਕੀ ਸੀਗਾ ਕਿ 1973 ਦਾ ਇਹ ਡਿਸੀਜਨ ਬਹੁਤ ਜ਼ਿਆਦਾ ਲੈਂਡਮਾਰਕ ਇਤਿਹਾਸਿਕ ਫੈਸਲਾ ਸੀਗਾ। ਸੁਪਰੀਮ ਕੋਰਟ ਨੇ ਕਿਹਾ ਕਿ ਕਨਸਟੀਟਿਊਸ਼ਨ ਆਫ ਜਿਹੜੀ ਯੂਨਾਈਟਿਡ ਸਟੇਟਸ ਹੈਗੀ ਆ, ਇਹ ਵੂਮਨ ਦੇ ਹੱਕਾਂ ਨੂੰ ਪ੍ਰੋਟੈਕਟ ਕਰਦੀ ਹੈ। ਸੋ ਇਹ ਜਿਹੜਾ ਡਿਸੀਜਨ ਜਦੋਂ ਰੋ ਵਰਸਸ ਵੇਡ ਪਾਸ ਹੋਇਆ, ਸੋ ਆਪਾਂ ਕੀ ਦੇਖਿਆ ਕਿ 40-50 ਸਾਲ ਪਹਿਲਾਂ ਜਿਹੜਾ ਅਮਰੀਕਾ ਸੀਗਾ, ਉਹ ਵੀ ਆਪਣੀ ਜਦੋਜਹਿਦ 'ਚ ਸੀਗਾ। ਸਿਵਲ ਵਾਰ ਸੀਗੀ, ਜੀ ਸਲੇਵਰੀ ਸੀਗੀ, ਕਈ ਸਾਰੇ ਜਿੱਦਾਂ ਇੰਸਟੀਟਿਊਸ਼ਨ ਸੀਗੇ। ਕੋਈ ਯੂਐਸ ਇੱਦਾਂ ਨਹੀਂ ਕਿ ਇੱਕਦਮ ਹੀ ਬਹੁਤ ਵਧੀਆ ਬਣ ਗਿਆ। ਇਹਨਾਂ ਦੇ ਵੀ ਲੋਕਾਂ ਨੇ ਇੰਟਰਨਲੀ ਐਕਸਟਰਨਲੀ ਫਾਈਟ ਕੀਤਾ, ਕੰਟਰੀਬਿਊਟ ਕੀਤਾ। ਇਹ ਦੇਸ਼ ਨੂੰ ਬਣਾਇਆ ਗਿਆ। ਆਪਣੇ ਆਪ ਕੋਈ ਦੇਸ਼ ਨਹੀਂ ਬਣਦਾ, ਬਹੁਤ ਲੋਕਾਂ ਨੇ ਕੰਮ ਕੀਤੇ, ਫਾਈਟ ਕੀਤੀ, ਉੱਥੇ ਤੱਕ ਪਹੁੰਚੇ। ਸੋ ਜਦੋਂ ਇਹ ਡਿਸੀਜਨ ਪਾਸ ਹੋਇਆ, ਆਟੋਮੈਟਿਕਲੀ ਜਿਹੜੇ ਵੀ ਸਟੇਟਸ ਦੇ ਅਬੋਰਸ਼ਨ ਦੇ ਲਾਅ ਸੀਗੇ, ਉਹ ਆਪਣੇ ਆਪ ਸਾਰੇ ਰੱਦ ਹੋ ਗਏ। ਜਦੋਂ ਉਹ ਸਾਰੇ ਰੱਦ ਹੋ ਗਏ ਤਾਂ ਰੋ ਦੇ ਡਿਸੀਜਨ ਤੋਂ ਬਾਅਦ ਇੱਕ ਡਿਬੇਟ ਛਿੜ ਪਿਆ ਅਬੋਰਸ਼ਨ ਦੇ ਟੌਪਿਕ ਦੇ ਉੱਤੇ। ਸੋ ਜੀ ਕਾਫੀ ਜਿਹੜੇ ਸਾਡੇ ਲਿਸਨਰਸ ਆ, ਆਡੀਅנס ਆ, ਉਹਨਾਂ ਨੂੰ ਕਈ ਵਾਰੀ ਦੇਖਿਆ, ਮੈਂ ਖੁਦ ਕਈ ਵਾਰੀ ਦੇਖਿਆ ਕਿ ਸੜਕਾਂ ਦੇ ਕਿਨਾਰੇ ਤੇ ਆਪਣੇ ਬੋਰਡ ਲੈ ਕੇ 10-15 ਸਾਲ ਮੈਨੂੰ ਹੋ ਗਏ ਅਮਰੀਕਾ ਦੇ ਵਿੱਚ, ਕਿ ਫਾਈਟ ਉਹਨਾਂ ਨੇ ਜਾਰੀ ਰੱਖੀ ਆਪਣੀ, ਹੈ ਨਾ, ਕਿ ਨਹੀਂ ਅਬੋਰਸ਼ਨ ਨਹੀਂ ਲਾਅ ਹੋਣਾ ਚਾਹੀਦਾ। ਜਿਹੜੇ ਦੂਜੇ ਆ, ਸੋ ਐਂਟੀ ਅਬੋਰਸ਼ਨ ਰੈਲੀਆਂ ਸੀਗੀਆਂ, ਪ੍ਰੋ ਅਬੋਰਸ਼ਨ ਰੈਲੀਆਂ ਸੀਗੀਆਂ। ਸੋ ਹਰੇਕ ਮੁੱਦੇ ਤੇ ਜਿਹੜੀ ਕੰਟਰੀ ਕਹਿ ਲਓ ਕਿ ਤੁਹਾਨੂੰ ਆਪੋਜੀਸ਼ਨ ਦਿਖਦੀ ਸੀ, ਉਦੋਂ ਇਹ ਲੱਗਦਾ ਸੀਗਾ ਕਿ ਇਹ ਹੁਣ ਕਿਉਂ ਲੱਗੇ ਆ, ਇਹ ਤਾਂ 1973 ਦੇ ਵਿੱਚ ਆਲਰੇਡੀ ਫੈਸਲਾ ਜਿਹੜਾ ਹੋ ਜੀ ਗਿਆ। ਤੇ ਜਿਹੜਾ ਫੈਸਲਾ ਸੀਗਾ ਉਹ ਮੇਨ ਇਸ ਬਾਰੇ ਸੀਗਾ ਕਿ ਕੀ ਅਬੋਰਸ਼ਨ ਲੀਗਲ ਹੋਣਾ ਚਾਹੀਦਾ ਜਾਂ ਨਹੀਂ। ਤੇ ਇਹ ਅਬੋਰਸ਼ਨ ਦੀ ਲੀਗੈਲਿਟੀ, ਕਿ ਲੀਗਲ ਹੈ, ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਕਿਹੜੇ ਲੋਕਾਂ ਨੂੰ ਹੱਕ ਹੈਗਾ, ਕਿ ਇਹ ਸਿਰਫ ਵੂਮਨ ਨੂੰ ਹੱਕ ਹੈਗਾ, ਕਿ ਇਹਦੇ ਵਿੱਚ ਬੰਦਿਆਂ ਦੀ ਵੀ ਸੇ ਹੋਣੀ ਚਾਹੀਦੀ ਹੈ, ਇਹਦੇ ਵਿੱਚ ਸਟੇਟ ਦੀ ਵੀ ਸੇ ਹੋਣੀ ਚਾਹੀਦੀ ਆ। ਸੋ ਆਪਾਂ ਦੇਖਦੇ ਸੀਗੇ ਕਿ ਸੜਕਾਂ ਦੇ ਕਿਨਾਰੇ ਉਹ ਕਹਿੰਦੇ ਸੀਗੇ ਕਿ ਮਾਈ ਬੋਡੀ ਮਾਈ ਰੂਲਸ, ਕਿ ਤੁਹਾਨੂੰ ਜੇ ਪਤਾ ਨਹੀਂ ਤਾਂ ਇਹਦੇ ਵਿੱਚ ਸਿਰਫ ਵੂਮਨ ਦੀ ਸੇ ਹੋਣੀ ਚਾਹੀਦੀ ਹੈ। ਸੋ ਕਈ ਇਹਦੇ ਮੋਰਲ, ਰਿਲੀਜੀਅਸ, ਕਈ ਸਾਰੇ ਐਂਗਲਾਂ ਤੋਂ ਲੋਕਾਂ ਨੇ ਇਹਨੂੰ ਦੇਖਣਾ ਸ਼ੁਰੂ ਕੀਤਾ ਕਿ ਇਹ ਜਿਹੜਾ ਅਬੋਰਸ਼ਨ ਦਾ ਮੁੱਦਾ ਜਿਹੜਾ ਹੈਗਾ, ਐਡਾ ਸੌਖਾ ਨਹੀਂ ਹੈਗਾ ਕਿ ਸਿਰਫ ਇੰਨਾ ਕਹਿ ਕੇ ਛੱਡ ਦਿੱਤਾ ਜਾਵੇ ਕਿ ਮਾਈ ਬੋਡੀ ਮਾਈ ਰਾਈਟਸ, ਹੈ ਨਾ। ਤੇ ਇਹ ਜਿਹੜਾ ਡਿਬੇਟ ਸੀਗਾ ਇਹ ਛਿੜ ਪਿਆ 40-50 ਸਾਲ ਤੋਂ। ਹੁਣ ਇਹ ਡਿਬੇਟ ਅਮਰੀਕਾ ਦੇ ਵਿੱਚ ਚੱਲਦਾ ਰਿਹਾ। ਤਾਂ ਇਹ ਤੋਂ ਵੱਡਾ ਕੁਐਸਚਨ, ਸਭ ਤੋਂ ਵੱਡੀ ਗੱਲ ਜਿਹੜਾ ਰੋ ਵਰਸਸ ਵੇਡ ਦੇ ਵਿੱਚ ਇਹ ਆਈ ਕਿ ਸੁਪਰੀਮ ਕੋਰਟ ਜਿਹੜਾ ਹੈਗਾ, ਕਿ ਉਹਨੂੰ ਕਨਸਟੀਟਿਊਸ਼ਨ ਨੂੰ ਇਸ ਹਿਸਾਬ ਨਾਲ ਤੋੜ ਮਰੋੜ ਕਰਕੇ ਅਪਲਾਈ ਕਰ ਸਕਦਾ
ਜੇ ਉਹ ਕਰ ਸਕਦਾ ਤਾਂ ਇਹਦਾ ਮਤਲਬ ਹੈਗਾ ਕਿ ਉਹ ਇੱਕ ਜੁਡੀਸ਼ਰੀ ਦਾ ਫੈਸਲਾ ਨਹੀਂ ਕਰ ਰਿਹਾ, ਉਹ ਇੱਕ ਜੁਡੀਸ਼ੀਅਲ ਐਕਟਿਵਿਜ਼ਮ ਕਰ ਰਿਹਾ। ਉਹਦਾ ਮਤਲਬ ਇਹ ਹੁੰਦਾ ਕਿ ਸੁਪਰੀਮ ਕੋਰਟ ਇੱਕ ਤਰੀਕੇ ਨਾਲ ਲਾਅ ਹੀ ਬਣਾਉਣੇ ਸ਼ੁਰੂ ਕਰਤੇ ਜਿਹੜੇ ਨਹੀਂ ਵੀ ਐਗਜ਼ਿਸਟ ਕਰਦੇ ਆ। ਸੋ ਜਦੋਂ ਇਦਾਂ ਦੇ ਡਿਸੀਜਨ ਆਏ ਸੁਪਰੀਮ ਕੋਰਟ ਨੇ, ਬਰਾਊਨ ਵਰਸਸ ਸਟੇਟ ਆਫ ਐਜੂਕੇਸ਼ਨ, ਕਾਫੀ ਸਾਰੇ ਜਿਹੜੇ ਇਦਾਂ ਦੇ ਇਤਿਹਾਸਿਕ ਫੈਸਲੇ ਉਹ ਦਹਾਕਿਆਂ ਦੇ ਵਿੱਚ ਆਏ ਜਿਹਨਾਂ ਨੇ ਕਿਹਾ ਕਿ ਤੁਸੀਂ ਸਕੂਲ ਸਿਸਟਮ ਦੇ ਵਿੱਚ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ, ਜਿਹੜੇ ਕਲਰਡ ਲੋਕੀ ਆ ਉਹਨਾਂ ਨੂੰ ਵੀ ਸਕੂਲ ਜਾਣ ਦਾ ਹੱਕ ਆ। ਤੇ ਇਦਾਂ ਹੀ ਜਿਹੜਾ ਸੀਗਾ ਰੋ ਵਰਸਸ ਵੇਡ ਸੀਗਾ ਅਬੋਰਸ਼ਨ ਦੇ ਰਿਲੇਟਡ, ਇਸ ਕੇਸ ਦੇ ਵਿੱਚ ਇੱਕ ਜਿਹਨੇ ਕੇਸ ਕੀਤਾ ਸੀਗਾ ਉਹਦਾ ਨਾਮ ਸੀਗਾ ਨੋਰਮਾ ਮੈਕੋਰਵੀ ਜੀ। ਸੋ ਆਪਾਂ ਦੱਸਦੇ ਹਾਂ ਕਿ ਜਦੋਂ ਕੋਈ ਵੀ ਸੈਂਸਿਟਿਵ ਮੁੱਦਾ ਹੋ ਜਾਂਦਾ ਉਹਨੂੰ ਤੁਸੀਂ ਉਹਦੀ ਆਇਡੈਂਟੀਟੀ ਹਾਈਡ ਕਰਨ ਲਈ, ਜੇ ਬੰਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਜੌਨ ਡੋ, ਤੇ ਇਹਨਾਂ ਨੇ ਨਾਮ ਪਾਇਆ ਜੇਨ ਰੋ, ਤਾਂ ਕਿ ਇਹਦੀ ਆਇਡੈਂਟੀਟੀ ਉਦੋਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲੋਕੀ ਇਮੋਸ਼ਨਸ ਦੇ ਵਿੱਚ ਕਈ ਵਾਰੀ ਮਰਡਰ ਤੱਕ ਵੀ ਜਿਹੜੇ ਆ ਉਹ ਹੋ ਜਾਂਦੇ ਆ ਕਿ ਤੂੰ ਇਹ ਕੇਸ ਕਿਉਂ ਲੜਦੀ ਆ, ਜਾਂ ਵਕੀਲ ਨੂੰ ਮਾਰ ਦਿੱਤਾ ਜਾਂਦਾ, ਜਾਂ ਇਵਨ ਡਿਸਟ੍ਰਿਕਟ ਅਟਰਨੀ ਨੂੰ ਵੀ ਕਈਆਂ ਨੇ ਮਾਰਿਆ ਹੋਇਆ। ਇੱਕ ਵਾਰੀ ਮਜ਼ੂਰੀ ਸੀਗਾ ਮੈਂ ਕੇਸ ਸੀਗਾ ਉਹਦੇ, ਡਿਸਟ੍ਰਿਕਟ ਅਟਰਨੀ ਦੀ ਉਹਨੇ ਪ੍ਰੈਗਨੈਂਟ ਗਰਲਫ੍ਰੈਂਡ ਨੂੰ ਜਿਹੜਾ ਸੀਗਾ ਗੋਲੀ ਮਾਰਤੀ ਸੀਗੀ ਜਾ ਕੇ, ਹਨਾ। ਤਾਂ ਜੇਨ ਰੋ ਜਿਹੜਾ ਕੇਸ ਸੀਗਾ 1969 ਚ ਇਹ ਪ੍ਰੈਗਨੈਂਟ ਹੋਈ, ਤੀਜਾ ਬੱਚਾ ਸੀਗਾ ਇਹਦਾ। ਇਹਨੇ ਅਬੋਰਸ਼ਨ ਕਰਾਉਣਾ ਚਾਹੁੰਦੀ ਸੀਗੀ, ਜੋ ਵੀ ਇਹਦੇ ਹਾਲਾਤ ਹੋਣੇ, ਡਿਟੇਲ ਸਾਨੂੰ ਪਤਾ ਨਹੀਂ, ਪੁਰਾਣਾ ਕੇਸ ਆ। ਟੈਕਸਸ 'ਚ ਰਹਿੰਦੀ ਸੀਗੀ, ਪਰ ਜਿਹੜੇ ਟੈਕਸਸ ਦੇ ਕਾਨੂੰਨ ਸੀਗੇ ਉਹ ਕਹਿੰਦੇ ਸੀਗੇ ਕਿ ਅਬੋਰਸ਼ਨ ਇਲੀਗਲ ਆ, ਸਿਰਫ ਉਹ ਹਾਲਾਤਾਂ ਦੇ ਵਿੱਚ ਅਬੋਰਸ਼ਨ ਲੀਗਲ ਆ ਜਿਹਦੇ ਵਿੱਚ ਕਿ ਸਾਨੂੰ ਮਾਂ ਦੀ ਜਾਨ ਬਚਾਉਣੀ ਪਵੇ ਜੀ। ਇਹਦੇ ਦੋ ਲਾਇਰ ਸੀਗੇ, ਕਾਫੀ ਟੌਪ ਦੇ ਲਾਇਰ ਜਿਹੜੇ ਸੀਗੇ। ਇਤਿਹਾਸਿਕ ਫੈਸਲਾ ਸੀਗਾ ਸਾਰਾ ਵੈਡਿੰਗਟਨ ਤੇ ਲਿੰਡਾ ਕਾਫੀ, ਇਹਨਾਂ ਨੇ ਇਹਦੇ ਬਿਹਾਫ ਤੇ ਯੂਐਸ ਫੈਡਰਲ ਕੋਰਟ ਦੇ ਵਿੱਚ ਕੇਸ ਲੜਿਆ। ਉਦੋਂ ਜਿਹੜਾ ਡਿਸਟ੍ਰਿਕਟ ਅਟਰਨੀ ਸੀਗਾ ਹੈਨਰੀ ਵੇਡ, ਉਹਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਇਹ ਗਲਤ ਹੈਗਾ, ਲਾਅ ਅਨਕਨਸਟੀਟਿਊਸ਼ਨਲ ਆ। ਸੋ ਉੱਥੋਂ ਜਿਹੜਾ ਕੇਸ ਸੀਗਾ ਜੇਨ ਰੋ, ਉਹਦੀ ਆਇਡੈਂਟੀਟੀ ਲੁਕਾਉਣ ਲਈ ਜੇਨ ਰੋ ਦਾ ਨਾਮ ਪਾਇਆ, ਤੇ ਜਿਹੜਾ ਅਟਰਨੀ ਸੀਗਾ ਉਹਦਾ ਨਾਮ ਹੈਨਰੀ ਵੇਡ ਸੀਗਾ। ਸੋ ਰੋ ਵਰਸਸ ਵੇਡ ਜਿਹੜਾ ਕੇਸ ਸੀਗਾ ਉਹ ਤਿਆਰ ਹੋਇਆ। ਯੂਐਸ ਡਿਸਟ੍ਰਿਕਟ ਕੋਰਟ ਜਿਹੜਾ ਸੀਗਾ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦਾ, ਉਹਨੇ ਉਹਦੇ ਫੇਵਰ 'ਚ ਰੂਲ ਕੀਤਾ ਕਿ ਹਾਂ ਇਹ ਸਹੀ ਕਹਿ ਰਹੀ ਹੈ ਕਿ ਇਹਨੂੰ ਤੁਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਸਿਰਫ ਜਾਨ ਬਚਾਉਣ ਲਈ ਅਬੋਰਸ਼ਨ ਹੋਣਾ ਚਾਹੀਦਾ, ਇਹਨੂੰ ਰਾਈਟ ਹੈਗਾ। ਫਿਰ ਜਿਹੜਾ ਟੈਕਸਸ ਸਟੇਟ ਸੀਗੀ ਉਹਨੇ ਸੁਪਰੀਮ ਕੋਰਟ ਦੇ ਕੋਲ ਪਹੁੰਚ ਗਈ 1973 ਦੇ ਵਿੱਚ। ਸੁਪਰੀਮ ਕੋਰਟ ਨੇ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦਾ, ਉਹਨੇ ਉਹਦੇ 7-2 ਦੀ ਮੈਜੋਰਿਟੀ ਨਾਲ ਉਹਨੇ ਰੂਲਿੰਗ ਦਿੱਤੀ ਕਿ ਜਿਹੜਾ ਇੱਕ 14th ਅਮੈਂਡਮੈਂਟ ਹੈਗੀ ਆ ਯੂਐਸ ਕਨਸਟੀਟਿਊਸ਼ਨ ਦੀ, ਉਹਦੇ ਵਿੱਚ ਇੱਕ ਡਿਊ ਪ੍ਰੋਸੈਸ ਕਲੌਜ਼ ਲੱਗਦੀ ਹੈ। ਡਿਊ ਪ੍ਰੋਸੈਸ ਇਹ ਕਹਿੰਦਾ ਕਿ ਜੇ ਕੋਈ ਵੀ ਤੁਸੀਂ ਹੱਕ ਕਿਸੇ ਦਾ ਖੋਣਾ ਤਾਂ ਤੁਹਾਨੂੰ ਉਹਨੂੰ ਡਿਊ ਪ੍ਰੋਸੈਸ, ਮਤਲਬ ਕਿ ਤੁਹਾਨੂੰ ਪ੍ਰੋਪਰ ਜਿਹੜੀ ਉਹਦੀ ਸੁਣਵਾਈ ਉਹ ਕਰਨੀ ਪੈਣੀ ਆ। ਤੁਸੀਂ ਸਿੱਧੇ ਤਰੀਕੇ ਨਾਲ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਖੋ ਨਹੀਂ ਸਕਦੇ ਜੀ। ਉਹ ਡਿਊ ਪ੍ਰੋਸੈਸ ਦੇ। ਸੋ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਕਨਸਟੀਟਿਊਸ਼ਨ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਤੋੜ ਮਰੋੜ ਕਰਦੇ ਹੋਏ ਕਿਹਾ ਕਿ ਜਿਹੜੀ ਡਿਊ ਪ੍ਰੋਸੈਸ ਕਲੌਜ਼ ਹੈਗੀ ਆ 14th ਅਮੈਂਡਮੈਂਟ ਦੀ, ਉਹ ਵੂਮਨ ਨੂੰ ਰਾਈਟ ਆਫ ਪ੍ਰਾਈਵੇਸੀ ਦਿੰਦੀ ਆ। ਸੋ ਰਾਈਟ ਆਫ ਪ੍ਰਾਈਵੇਸੀ ਨੂੰ ਉਹਨਾਂ ਨੇ ਅੱਗੇ ਐਕਸਪੈਂਡ ਕੀਤਾ। ਉਹਨਾਂ ਨੇ ਕਿਹਾ ਕਿ ਰਾਈਟ ਟੂ ਪ੍ਰਾਈਵੇਸੀ ਦਾ ਮਤਲਬ ਇਹ ਵੀ ਹੈਗਾ ਕਿ ਜਿਹੜੀ ਵੂਮਨ ਹੈਗੀਆਂ ਉਹ ਆਪਣੀ ਬਾਡੀ ਨੂੰ ਆਪਣੇ ਹਿਸਾਬ ਨਾਲ ਪ੍ਰੋਟੈਕਟ ਕਰ ਸਕਦੀਆਂ। ਸੋ ਇਹਨਾਂ ਦਾ ਜਿਹੜਾ ਰਾਈਟ ਟੂ ਅਬੋਰਸ਼ਨ ਹੈਗਾ ਉਹਨੂੰ, ਉਹ ਇੱਕ ਫੰਡਾਮੈਂਟਲ ਰਾਈਟ ਹੈਗਾ, ਐਬਸੋਲੂਟ ਰਾਈਟ ਨਹੀਂ ਹੈਗਾ, ਪਰ ਫੰਡਾਮੈਂਟਲ ਰਾਈਟ ਆ ਜਿਹਨੂੰ ਕਿ ਸਰਕਾਰ ਨੇ ਬੈਲੈਂਸ ਕਰਨਾ ਕਿ ਵੂਮਨ ਦੀ ਹੈਲਥ ਵੀ ਦੇਖਣੀ ਆ ਤੇ ਜਿਹੜੀ ਪ੍ਰੀਨੇਟਲ ਲਾਈਫ, ਜਿਹੜਾ ਬੱਚਾ ਹੋਣ ਵਾਲਾ ਉਹਦੀ ਲਾਈਫ ਵੀ ਜਿਹੜੀ ਦੇਖਣੀ ਆ। ਤਾਂ ਉਹਦੇ ਹਿਸਾਬ ਨਾਲ ਬੈਲੈਂਸਿੰਗ ਟੈਸਟ ਦੇ ਹਿਸਾਬ ਨਾਲ ਲਾਅ ਜਿਹੜੇ ਤੁਹਾਡੇ ਉਹ ਬਣਨੇ ਚਾਹੀਦੇ ਆ। ਹੁਣ ਡਿਸਕਸ਼ਨ ਇਸ ਕੇਸ ਦੇ ਵਿੱਚ ਕੀ ਹੋਈ ਕਿ ਹੁਣ ਸੁਪਰੀਮ ਕੋਰਟ ਕਹਿੰਦਾ ਕਿ ਬੈਲੈਂਸਿੰਗ ਟੈਸਟ ਜਿਹੜਾ ਹੋਣਾ ਚਾਹੀਦਾ ਕਿ ਆਪਾਂ ਜਿਹੜੀ ਪ੍ਰੈਗਨੈਂਸੀ ਆ ਉਹਨੂੰ 3 ਟ੍ਰਾਈਮੈਸਟਰਸ ਦੇ ਵਿੱਚ ਬ੍ਰੇਕ ਡਾਊਨ ਕਰਦੇ ਆ। ਪਹਿਲੇ ਟ੍ਰਾਈਮੈਸਟਰ ਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਉਹ ਅਬੋਰਸ਼ਨ ਪ੍ਰੋਹਿਬਿਟ ਨਹੀਂ ਕਰ ਸਕਦੀ, ਬਾਟਮ ਲਾਈਨ। ਜਿਹੜਾ ਦੂਜਾ ਟ੍ਰਾਈਮੈਸਟਰ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਰਕਾਰ ਹੈਗੀ ਆ ਉਹਦੇ ਕੋਲ ਹੱਕ ਹੈਗਾ ਕਿ ਉਹ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਜਿਹੜੀਆਂ ਉਹ ਲਾ ਸਕਦੀਆਂ, ਮਤਲਬ ਉਹ ਰੀਜ਼ਨੇਬਲ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਉਹਨੂੰ ਸਟ੍ਰਿਕਟ ਸਕਰੂਟਨੀ ਸਟੈਂਡਰਡ ਨਾਲ ਆਪਾਂ ਵੈਲੂਏਟ ਕਰਨਾ। ਇਹਦਾ ਮਤਲਬ ਇਹ ਹੈਗਾ ਕਿ ਜਦੋਂ ਸਟ੍ਰਿਕਟ ਸਕਰੂਟਨੀ ਦਾ ਸਟੈਂਡਰਡ ਲੱਗਦਾ, ਜ਼ਿਆਦਾਤਰ ਸਟੇਟ ਹਾਰ ਜਾਂਦੀ ਹੈ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਐਵੀਡੈਂਸ ਪ੍ਰੂਵ ਕਰਨਾ ਪੈਂਦਾ ਕਿ ਕਿਉਂ ਇਹ ਰੋਕ ਟੋਕ ਉਹਨਾਂ ਨੂੰ ਜਿਹੜੀ ਲਾਈ ਜਾ ਰਹੀ ਹੈ, ਹਨਾ। ਤਾਂ ਉਹਨਾਂ ਨੇ ਸਟੈਂਡਰਡ ਜਿਹੜਾ ਰੱਖਦੇ ਕਿ ਤੁਸੀਂ ਸਟੇਟਸ ਲਾਅ ਪਾਸ ਨਹੀਂ ਕਰ ਸਕਦੀਆਂ। ਪਹਿਲੇ ਟ੍ਰਿਮੈਸਟਰ 'ਚ ਤਾਂ ਤੁਸੀਂ ਬਿਲਕੁਲ ਨਹੀਂ ਕਰ ਸਕਦੇ। ਦੂਜੇ ਵਾਲੇ ਦੇ ਵਿੱਚ ਤੁਹਾਨੂੰ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਤੁਸੀਂ ਜਿਹੜੀਆਂ ਪਾਸ ਕਰ ਸਕਦੇ ਆ। ਤੇ ਥਰਡ ਟ੍ਰਿਮੈਸਟਰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਅਬੋਰਸ਼ਨ ਹੈਗਾ ਉਹ ਪ੍ਰੋਹਿਬਿਟ ਹੋ ਸਕਦੇ ਆ ਕਿਉਂਕਿ ਉਦੋਂ ਜਿਹੜਾ ਫੀਟਸ ਆ ਵੱਡਾ ਹੋ ਗਿਆ, ਜਿਹੜੀ ਇੱਕ ਹੋਰ ਲਾਈਫ ਆ ਉਹ ਦੁਨੀਆ ਤੇ ਆ ਰਹੀ ਆ। ਤੇ ਥਰਡ ਟ੍ਰਿਮੈਸਟਰ ਦੇ ਵਿੱਚ ਜਿਹੜਾ ਸਰਕਾਰ ਨੂੰ ਜਿਹੜਾ ਹੱਕ ਉਹ ਜ਼ਿਆਦਾ। ਸੋ ਇਹ ਜਿਹੜਾ ਇਹਦੇ ਵਿੱਚ ਕੋਰਟ ਨੇ ਬੇਸਿਕਲੀ ਇਹ ਕਹਿਤਾ ਕਿ ਇਹ ਫੰਡਾਮੈਂਟਲ ਰਾਈਟ ਆ ਤੇ ਸਟ੍ਰਿਕਟ ਸਕਰੂਟਨੀ ਸਟੈਂਡਰਡ ਤੁਹਾਡਾ ਲੱਗਣਾ। ਤੇ ਇਹਨੂੰ ਹੁਣ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਵੀ ਮਿਲਿਆ ਕਿ ਸੁਪਰੀਮ ਕੋਰਟ ਨੇ ਆਪਣੇ ਹੱਥਾਂ 'ਚ ਹੀ ਮੈਟਰ ਲੈ ਲਏ ਤੇ
ਆਪੇ ਹੀ ਜਿਹੜਾ ਸੀਗਾ ਲਾਅ ਬਣਾਤਾ, ਜੁਡੀਸ਼ੀਅਲ ਐਕਟਿਵਿਜ਼ਮ ਕਰਤਾ। ਤੇ ਇਹ ਫਿਰ 1973 ਤੋਂ ਬਾਅਦ ਇਹਨੂੰ ਕਾਫੀ ਸਾਲ ਇਹ ਇੱਦਾਂ ਹੀ ਰਿਹਾ, ਕਾਫੀ ਸਾਰੇ ਜਿਹੜੇ ਸਟੇਟਸ ਦੇ ਲਾਅ ਸੀਗੇ ਉਹ ਕੈਂਸਲ ਹੋ ਗਏ। ਤੇ ਫਿਰ ਇਹ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦਾ ਜਿਹੜਾ ਕੇਸ ਸੀਗਾ ਪੈਂਸਿਲਵੇਨੀਆ ਵਾਲਾ, 1992 ਦੇ ਵਿੱਚ ਫਿਰ ਦੁਬਾਰਾ ਸੁਪਰੀਮ ਕੋਰਟ ਨੇ ਇਹਨੂੰ ਕੇਸੀ ਦੇ ਕੇਸ ਦੇ ਵਿੱਚ ਰੀਵਿਜ਼ਿਟ ਕੀਤਾ।